ਹੈਲਥ ਪਲਸ ਪ੍ਰੋਗਰਾਮ 'ਚ ਅੱਜ ਅਸੀਂ ਤੁਹਾਨੂੰ ਲੈ ਕੇ ਚੱਲ ਰਹੇ ਡਾਕਟਰ ਆਤਮਜੀਤ ਸਮਾਈਲ ਕੇਅਰ ਸੈਂਟਰ, ਅ ਮਲਟੀ ਸਪੈਸ਼ਲਿਟੀ ਲੇਜ਼ਰ ਡੈਂਟਲ ਕਲੀਨਿਕ ਜੋ ਕਿ 489G BRS ਨਗਰ ਨੀਅਰ ਅਲਾਹਾਬਾਦ ਬੈਂਕ ਲੁਧਿਆਣਾ ਵਿਖੇ ਸਥਿਤ ਹੈ। NISO 9001:2015 ਸਰਟੀਫਾਈਡ ਡੈਂਟਲ ਕਲੀਨਿਕ। ਦੰਦਾਂ ਦੇ ਮਰੀਜ਼ਾਂ ਦੇ ਲਈ ਇਹ ਕਲੀਨਿਕ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਡਾਕਟਰ ਆਤਮਜੀਤ ਸਿੰਘ ਜੀ ਜੋ ਕਿ BDS MIDA FODS ਨੇ ਅਤੇ ਪੇਸ਼ੈਂਟਸ ਦੇ ਲਈ ਇੱਕ ਵਰਦਾਨ ਨੇ। ਡਾਕਟਰ ਆਤਮਜੀਤ ਸਮਾਈਲ ਕੇਅਰ ਸੈਂਟਰ ਵਿਖੇ ਅੱਜ ਦੇ ਟਾਈਮ ਦੀ ਹਰ ਤਰੀਕੇ ਦੀ ਮਾਡਰਨ ਫੈਸਿਲਿਟੀ ਮੌਜੂਦ ਹੈ। ਦੂਰੋਂ ਪੇਸ਼ੈਂਟ ਇੱਥੇ ਪਹੁੰਚਦੇ ਹਨ ਤੇ ਆਪਣਾ ਟ੍ਰੀਟਮੈਂਟ ਕਰਵਾਉਂਦੇ ਨੇ। ਸਾਡੀ ਟੀਮ ਨੇ ਡਾਕਟਰ ਸਾਹਿਬ ਨਾਲ ਗੱਲਬਾਤ ਕੀਤੀ, ਜਿਨ੍ਹਾਂ ਨੇ ਸਾਨੂੰ ਡਾਕਟਰ ਆਤਮਜੀਤ ਸਮਾਈਲ ਕੇਅਰ ਸੈਂਟਰ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਆਓ ਕਰਦੇ ਹਾਂ ਗੱਲਬਾਤ ਡਾਕਟਰ ਆਤਮਜੀਤ ਸਿੰਘ ਜੀ ਦੇ ਨਾਲ। ਦਰਸ਼ਕੋ, ਪੰਜਾਬ ਪਲੱਸ ਚੈਨਲ ਦੇ ਹੈਲਥ ਪਲੱਸ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਆਏ ਹਾਂ ਡਾਕਟਰ ਆਤਮਜੀਤ, ਇੱਕ ਐਸਾ ਨਾਮ ਜਿਹੜਾ ਹਮੇਸ਼ਾ ਕ੍ਰੀਏਟਿਵਿਟੀ ਦੇ ਲਈ ਮਸ਼ਹੂਰ ਹੈ ਔਰ ਕ੍ਰੀਏਟਿਵਿਟੀ ਇਕੱਲੀ ਮੈਡੀਕਲ ਪ੍ਰੋਫੈਸ਼ਨ 'ਚ ਨਹੀਂ, ਜ਼ਿੰਦਗੀ ਦੇ ਵਿੱਚ ਵੀ ਇੱਕ ਬਹੁਤ ਹੀ ਵਧੀਆ ਪੋਇਟ ਨੇ, ਇੱਕ ਬਹੁਤ ਹੀ ਵਧੀਆ ਸਿੰਗਰ ਨੇ ਔਰ ਹਮੇਸ਼ਾ ਜ਼ਿੰਦਗੀ ਨੂੰ ਬੜੀ ਪੋਜ਼ੀਟਿਵ ਵੇ ਦੇ ਨਾਲ, ਧਾਰਮਿਕ ਅੰਦਾਜ਼ ਦੇ ਨਾਲ, ਸੇਵਾ ਦੇ ਪੁੰਜ ਬਣ ਕੇ ਸੇਵਾ ਕਰਨ ਦਾ ਮਨ ਦੇ ਵਿੱਚ ਜਜ਼ਬਾ ਲੈ ਕੇ ਹਮੇਸ਼ਾ ਲੋਕਾਂ ਦੇ ਨਾਲ ਜੁੜੇ ਰਹਿੰਦੇ ਨੇ। ਔਰ ਡਾਕਟਰੀ ਦੇ ਪ੍ਰੋਫੈਸ਼ਨ 'ਚ ਇਹਨਾਂ ਨੇ ਨਈਆਂ ਕਾਢਾਂ ਉਸ ਟਾਈਮ 'ਤੇ ਜਦੋਂ ਕੋਈ ਜਾਣਦਾ ਨਹੀਂ ਸੀਗਾ, ਉਸ ਟਾਈਮ ਦੇ ਉੱਤੇ ਇੰਪਲਾਂਟ ਜਿਹੜੇ ਹੈਗੇ ਆ ਲੁਧਿਆਣੇ 'ਚ ਲੈ ਕੇ ਆਉਂਦੇ। ਔਰ ਹੁਣ ਵੀ ਜਿਹੜੀ ਨਈ ਟੈਕਨੀਕ ਆਉਂਦੀ ਹੁੰਦੀ ਆ ਉਹ ਹਮੇਸ਼ਾ ਇਹ ਸੈਮੀਨਾਰਸ, ਹਮੇਸ਼ਾ ਕਾਨਫਰੰਸਿਸ, ਚਾਹੇ ਜਿੰਨੀ ਦੂਰ ਜਾਣਾ ਪੈ ਜਾਵੇ, ਅਟੈਂਡ ਕਰਦੇ ਨੇ ਔਰ ਆਪਣੇ ਆਪ ਨੂੰ ਅਪਡੇਟ ਰੱਖਦੇ ਨੇ। ਡਾਕਟਰ ਆਤਮਜੀਤ ਜੀ, ਤੁਹਾਡਾ ਸਵਾਗਤ ਹੈ। ਥੈਂਕ ਯੂ ਜੀ, ਥੈਂਕ ਯੂ। ਆਤਮਜੀਤ ਜੀ, ਕੀ ਕਹਿਣਾ ਚਾਹੋਗੇ ਕਿ ਜਿੱਦਾਂ ਸਿਨੈਰੀਓ ਚੇਂਜ ਹੁੰਦਾ, ਅਸੀਂ ਦੇਖਿਆ ਕਿ ਤੁਸੀਂ ਹਰ ਉਹ ਨਵੀਂ ਚੀਜ਼ ਜਿਹੜੀ ਇੰਡੀਆ ਲੈਵਲ 'ਤੇ ਆਉਂਦੀ ਹੈਗੀ ਆ ਡੈਂਟਿਸਟਰੀ ਦੇ ਵਿੱਚ, ਉਹਨੂੰ ਤੁਸੀਂ ਆਪਣੇ ਹਸਪੀਟਲ 'ਚ ਲਾਂਚ ਕੀਤਾ ਔਰ ਉਹਦੇ ਹਮੇਸ਼ਾ ਫਸਟ ਬਣਨ ਦੀ ਕੋਸ਼ਿਸ਼ ਕੀਤੀ ਕਿ ਅਸੀਂ ਸਭ ਤੋਂ ਪਹਿਲਾਂ ਲੁਧਿਆਣਾ ਦੇ 'ਚ ਲੈ ਕੇ ਆਈਏ। ਕੀ ਕਹਿਣਾ ਚਾਹੋਗੇ? ਬਿਲਕੁਲ ਤੁਹਾਡੀ ਗੱਲ ਸਹੀ ਹੈ। ਇਹ ਨਾ ਮੇਰਾ ਸਟਾਰਟਿੰਗ ਤੋਂ ਹੀ ਡ੍ਰੀਮ ਰਿਹਾ ਸੀਗਾ, ਕਿਉਂਕਿ ਜਿਸ ਟਾਈਮ 'ਤੇ ਕੰਪਿਊਟਰ ਜਾਂ ਡਿਜੀਟਲ ਵਰਲਡ ਮਤਲਬ ਡੈਂਟਿਸਟਰੀ 'ਚ ਹੀ ਨਹੀਂ ਸੀਗਾ, ਉਸ ਵੇਲੇ ਅੱਜ ਤੋਂ ਮਤਲਬ 25 ਸਾਲ ਪਹਿਲਾਂ ਦੀ ਗੱਲ ਕਰ ਲਈਏ ਤਾਂ ਉਸ ਟਾਈਮ 'ਤੇ ਹੀ ਮੇਰਾ ਡ੍ਰੀਮ ਸੀਗਾ ਕਿ ਜਦੋਂ ਵੀ ਮੇਰੀ ਕਲੀਨਿਕ ਹੋਏਗੀ ਅਤੇ ਉੱਥੇ ਬਹੁਤ ਸਾਰੇ ਕੰਪਿਊਟਰਸ ਲੱਗੇ ਹੋਣਗੇ। ਮੈਨੂੰ ਪਤਾ ਨਹੀਂ ਸੀਗਾ ਵੀ ਇਹ ਹੋਊਗਾ ਫਿਊਚਰ ਵਿੱਚ, ਬਟ ਡ੍ਰੀਮ ਸੀਗਾ। ਅਤੇ ਹੁਣ ਵੀ ਤੁਸੀਂ ਪਿੱਛੇ ਦੇਖੋਗੇ ਤਾਂ ਲਿਖਿਆ ਵੈਲਕਮ ਟੂ ਦਾ ਵਰਲਡ ਆਫ ਡਿਜੀਟਲ ਡੈਂਟਿਸਟਰੀ। ਇਹ ਲੋਗੋ ਮੈਂ ਕਿੰਨੇ ਸਾਲ ਪਹਿਲਾਂ ਮਤਲਬ ਬਣਾਇਆ ਸੀ, ਡਿਜ਼ਾਈਨ ਕੀਤਾ ਸੀ, ਬਟ ਪਿੱਛੇ ਅਗਸਤ ਦੀ ਗੱਲ ਕਰ ਰਹੇ ਹਾਂ ਆਪਾਂ, ਅਤੇ ਅਸੀਂ ਇੱਕ ਵਰਲਡ ਕਲਾਸ ਇੰਟਰਾਓਰਲ ਸਕੈਨਰ ਜਿਹੜੇ ਉਹ ਲਾਂਚ ਕੀਤਾ ਇੱਥੇ ਲੁਧਿਆਣਾ ਵਾਸੀਆਂ ਲਈ ਔਰ ਬਹੁਤ ਹੀ ਉਹ ਚੀਜ਼ ਨੇ ਉਮਦਾ ਰਿਜ਼ਲਟ ਦਿੱਤੇ। ਔਰ ਫਰੋਮ ਅਗਸਟ ਟਿਲ ਡੇਟ ਮੈਂ ਤਕਰੀਬਨ 1000 ਤੋਂ ਜ਼ਿਆਦਾ ਕਰਾਊਨਸ ਲਗਾ ਚੁੱਕਿਆ ਉਹਦੇ ਥਰੂ, ਉਸ ਸਕੈਨਰਸ ਦੇ ਥਰੂ, ਠੀਕ ਹੈ। ਔਰ ਉਹਦੀ ਫਿਟ, ਉਹਦੀ ਪ੍ਰੀਸਾਈਜ਼ ਔਰ ਬਹੁਤ ਹੀ ਨੈਗਲੀਜੇਬਲ ਜਿਹਾ ਡਿਫਰੈਂਸ ਦੇ ਨਾਲ। ਦੂਸਰੀ ਗੱਲ ਤੁਸੀਂ ਕਹੀ ਕਿ ਵੀ ਇੰਡੀਆ ਲੈਵਲ 'ਤੇ ਕੋਈ ਨਵੀਂ ਚੀਜ਼ ਆਉਂਦੀ ਹੈ, ਰਾਦਰ ਦੈਨ ਮੈਂ ਕਹੂੰਗਾ ਕਿ ਇੰਡੀਆ ਦੀ ਜਿਹੜੀ ਡੈਂਟਿਸਟਰੀ ਹੈ ਉਹਦੇ ਵਿੱਚ ਬਹੁਤ ਜ਼ਮੀਨ ਆਸਮਾਨ ਦਾ ਚੇਂਜ ਆ ਚੁੱਕਿਆ ਹੈ ਐਂਡ ਇਟ ਇਜ਼ ਟੂ ਦਾ ਪਾਰ ਲੈਵਲ ਆਫ ਲਾਈਕ ਗਲੋਬਲ ਵਰਲਡ। ਇੰਟਰਨੈਸ਼ਨਲ ਸਟੈਂਡਰਡਸ ਦੇ ਬਿਲਕੁਲ ਪਾਰ ਆਪਾਂ ਸਟੈਂਡ ਕਰਦੇ ਹਾਂ। ਇਨਫੈਕਟ ਕਿਤੇ ਤਾਂ ਐਸੀ ਗੱਲ ਵੀ ਮੈਂ ਤੁਹਾਨੂੰ ਦੱਸੂੰਗਾ ਕਿ ਪਿੱਛੇ ਕੁਝ ਕੈਨੇਡਾ ਦੇ ਮੇਰੇ ਕੋਲ ਕਾਫੀ ਪੇਸ਼ੈਂਟਸ ਨੇ ਅਤੇ ਕੁਝ ਚੀਜ਼ਾਂ ਇਸ ਤਰ੍ਹਾਂ ਦੀਆਂ ਹੋਈਆਂ, ਮੈਨੂੰ ਇੰਟਰੈਕਸ਼ਨ ਦਾ ਮੌਕਾ ਮਿਲਿਆ ਤਾਂ ਪਤਾ ਲੱਗਿਆ ਕਿ ਵੀ ਜੋ ਚੀਜ਼ ਅਸੀਂ ਦੇ ਰਹੇ ਹਾਂ ਉਹ ਹਾਲੇ ਕੈਨੇਡਾ ਦੇ ਵਿੱਚ ਵੀ ਕਈ ਡਾਕਟਰਸ ਕੋਲ ਨਹੀਂ ਹੈਗੀਆਂ, ਮਤਲਬ 100% ਕੋਲ ਨਹੀਂ ਹੈਗੀਆਂ, ਯਾਨੀ 30-40% ਕੋਲ ਹੈ, ਬਾਕੀਆਂ ਕੋਲ ਨਹੀਂ ਹੈ ਹਾਲੇ ਉਹ ਚੀਜ਼, ਠੀਕ ਹੈ। ਇੰਡੀਆ ਦੀ ਗੱਲ ਕਰੀਏ, ਲੁਧਿਆਣੇ ਦੀ ਗੱਲ ਕਰੀਏ, ਹਾਂ 5-10%, 15 ਕੋਲ ਹੈਗਾ, ਬਟ ਇਹਦਾ ਮਤਲਬ ਇਹ ਹੋਇਆ ਕਿ ਵੀ ਆਰ ਟੂ ਦਾ ਲੈਵਲ ਆਫ ਦਾ ਇੰਟਰਨੈਸ਼ਨਲ ਸਟੈਂਡਰਡ। तो ये चीज़ ज़रूर। और तीसरी चीज़ एक मैं होर तुहानूं दसना चाहूँगा कि आई हैव सीन द चेंजेस इन द सोसाइटी ऑल्सो, अवेयरनेस लैवल है ना। ਹੁਣ ਪੇਸ਼ੈਂਟਸ ਮੈਨੂੰ ਆ ਕੇ, ਇਨਫੈਕਟ ਤੁਸੀਂ ਇੰਪਲਾਂਟ ਦੀ ਗੱਲ ਕੀਤੀ ਸੀ ਕਿ ਅੱਜ ਤੋਂ 17-18 ਸਾਲ ਪਹਿਲੇ ਅਸੀਂ ਇੰਪਲਾਂਟ ਲੈ ਕੇ ਆਏ ਸੀ, ਲੋਕਾਂ ਨੂੰ ਨਵੀਂ ਜ਼ਿੰਦਗੀ ਮਿਲੀ ਇੱਕ, ਔਰ ਅੱਜ ਦੀ ਡੇਟ ਦੇ ਵਿੱਚ ਅਸੀਂ ਬਿਨਾਂ ਚੀਰਾ ਲਗਾਏ ਮਤਲਬ ਡਿਜੀਟਲ ਮੋਡ ਦੇ ਨਾਲ ਵੀ ਇੰਪਲਾਂਟ ਪਾ ਸਕਦੇ ਹਾਂ। ਅਤੇ ਬਟ ਪੇਸ਼ੈਂਟਸ ਜਦੋਂ ਆ ਕੇ ਤੁਹਾਨੂੰ ਦੱਸਦਾ ਵੀ ਮੈਨੂੰ ਇਸ ਬ੍ਰਾਂਡ ਦਾ ਇੰਪਲਾਂਟ ਚਾਹੀਦਾ, तो दैट मीनस अवेयरनेस लेवल कितने जा चुकी है, ठीक है। इस तरीके नाल एलाइनर्स बिल्कुल लेटेस्ट जी मोडैलिटी है, ਤੁਹਾਨੂੰ ਆਪ ਯਾਦ ਹੋਏਗਾ ਕਿ ਅਸੀਂ ਅਲਾਈਨਰਸ ਕਿੰਨੇ ਸਮਾਂ ਪਹਿਲਾਂ ਸ਼ੁਰੂ ਕੀਤੇ ਸੀ, ਬਟ ਹੁਣ ਅਲਾਈਨਰਸ ਬਹੁਤ ਹੀ ਕੰਫਰਟੇਬਲ, ਕੰਪੈਟੀਬਲ, ਉਸ ਵੇਲੇ ਜਿੰਨੇ ਚੈਲੰਜਸ ਸੀ ਅਲਾਈਨਰਸ ਦੇ ਉਹ ਓਵਰਕਮ ਹੋ ਚੁੱਕੇ ਨੇ। ਔਰ ਅਸੀਂ ਰੀਸੈਂਟਲੀ ਮਤਲਬ ਲਾਈਨ ਨਾਲ 5-6 ਕੇਸ ਡਿਲੀਵਰ ਕੀਤੇ ਔਰ ਹਰ ਇੱਕ ਕੇਸ ਦੇ ਵਿੱਚ ਪੂਰਾ ਕੰਪੈਟੀਬਲ, ਔਰ ਡਿਊ ਟੂ ਸਕੈਨਰ ਅਸੀਂ ਉਸ ਚੀਜ਼ ਨੂੰ ਬਹੁਤ ਅੱਛੀ ਤਰੀਕੇ ਨਾਲ ਐਗਜ਼ੀਕਿਊਟ ਕਰ ਪਾਉਂਦੇ ਹਾਂ, ਪਲੱਸ ਪੇਸ਼ੈਂਟ ਦੇ ਉਹ ਬਜਟ ਦੇ ਵਿੱਚ ਆ ਗਿਆ। ਹੁਣ ਇਹ ਇਹਦੀਆਂ ਬਹੁਤ ਸਾਰੀਆਂ ਖਾਸੀਅਤਾਂ ਹੈਗੀਆਂ। ਡਾਕਟਰ ਸਾਹਿਬ, ਤੁਸੀਂ ਡੈਂਟਿਸਟਰੀ ਦੇ ਵਿੱਚ ਇੱਕ ਇਨਕਲਾਬ ਲਿਆਉਣ ਵਾਲੀ ਗੱਲ ਹੈ, ਕਿਉਂਕਿ ਜਿੰਨੇ ਵੀ ਮੈਰਿਡ ਕਪਲ, ਜਿੰਨੇ ਵੀ ਮੈਰਿਡ ਮੁੰਡੇ ਕੁੜੀਆਂ ਹੁੰਦੇ ਨੇ ਅੱਜ ਕੱਲ੍ਹ,
ਲੋਕ ਗਾਂਹ ਦੀ ਗਾਂਹ ਉਹ ਸਿਫਾਰਿਸ਼ਾਂ ਪਾਉਂਦੇ ਨੇ, ਯਾਰ ਤੂੰ ਵੀ ਜਾਈ ਆਤਮਜੀਤ ਕੋਲੇ, ਤੈਨੂੰ ਵੀ ਇਹੋ ਜਿਹੇ ਬਣਾ ਦੂ ਦੰਦ। ਕੀ ਕਹਿਣਾ ਚਾਹੋਗੇ, ਚਾਹੇ ਉਹ ਤੁੱਥ ਜਵੈਲਰੀ ਦੀ ਗੱਲ ਹੈ, ਚਾਹੇ ਵਧੀਆ ਬਣਾਉਣ ਦੀ ਗੱਲ ਆ ਦੰਦਾਂ ਨੂੰ, ਚਾਹੇ ਸਾਫ਼ ਕਰਨ ਦੀ ਗੱਲ ਆ, ਚਾਹੇ ਹੱਡੀ ਪੀਲੀ ਹੋਈ ਵੀ ਹੈਗੀ ਆ, ਬੰਦਾ ਆ ਜਾਵੇ ਸਹੀ, ਜਿਹੇ ਮਰਜ਼ੀ ਦੰਦ ਹੈਗੇ ਆ, ਇੱਕ ਵਾਰੀ ਆਤਮਜੀਤ ਕੋਲੇ ਆ ਜੇ, ਬੜਾ ਸੋਹਣਾ ਬਣ ਜੂਗਾ ਔਰ ਮੈਰਿਜ ਆਪਦੀ ਜਿਹੜੀ ਵਧੀਆ ਕਟਾਊਗਾ। ਨਹੀਂ, ਇਹ ਤਾਂ ਖੈਰ ਤੁਹਾਡਾ ਵਡੱਪਨ ਹੈ ਵੀ ਤੁਸੀਂ ਕੇਸਿਸ ਦੇਖੇ ਵੀ ਹੈ, ਤੁਸੀਂ ਮੇਰੇ ਨਾਲ ਕਾਫੀ ਸਮੇਂ ਤੋਂ ਅਸੀਂ ਜੁੜੇ ਹੋਏ ਹਾਂ। ਠੀਕ ਗੱਲ ਹੈ ਕਿ ਕੋਸਮੈਟਿਕ ਡੈਂਟਿਸਟਰੀ ਮੇਰਾ ਪੈਸ਼ਨ ਹੈ ਔਰ ਲੋਕਾਂ ਦੇ ਸਮਾਈਲ ਦੇਣਾ। ਅੱਜ ਹੀ ਇੱਕ 80 ਈਅਰਸ ਓਲਡ ਔਰ ਅੰਕਲ ਮੇਰੇ ਮਤਲਬ ਬਹੁਤ ਹੀ ਕਾਫੀ ਅਜ਼ੀਜ਼, ਉਹਨਾਂ ਨੂੰ ਜਦੋਂ ਮੈਂ ਅੱਜ ਬ੍ਰਿਜ ਲਗਾਇਆ ਔਰ ਮਤਲਬ ਮੇਰੇ ਕੋਲ ਫੋਟੋਗ੍ਰਾਫਸ ਹੈਗੀਆਂ, ਮੈਂ ਬਾਅਦ ਵਿੱਚ ਤੁਹਾਨੂੰ ਸ਼ੇਅਰ ਕਰਦਾ ਹਾਂ। ਇੰਨਾ ਮਤਲਬ ਦਿਲ ਨੂੰ ਜੋ ਸਕੂਨ ਹੁੰਦਾ ਨਾ ਮੈਨੂੰ, ਜਦੋਂ ਵੀ ਕਿਸੇ ਦੀ ਸਮਾਈਲ ਡਿਜ਼ਾਈਨ ਹੁੰਦੀ ਹੈ ਔਰ ਉਸ ਨੂੰ ਇੱਕ ਨਵੀਂ ਸਮਾਈਲ ਮਿਲਦੀ ਹੈ ਬਿਯੋਂਡ ਲੈਵਲ। ਮਤਲਬ ਕਈ ਵਾਰੀ ਤਾਂ ਇਹ ਲੱਗਦਾ ਉਹ ਪੈਸੇ ਨਹੀਂ ਵੀ ਦੇਗਾ ਚੱਲੇਗਾ, ਕਿਉਂਕਿ ਉਹਦੀ ਜੋ ਇੱਕ ਸਮਾਈਲ ਹੋ ਗਈ, ਉਸਨੇ ਹੱਸਤਾ ਔਰ ਜੋ ਸੈਟਿਸਫੈਕਸ਼ਨ ਜੋ ਉਸ ਲੈਵਲ ਦੀ ਆਉਂਦੀ ਹੈ, ਕਈ ਵਾਰੀ ਥੈਂਕਸ ਗੋਡ ਕਰੀਦਾ ਕਿ ਤੁਸੀਂ ਐਸੇ ਪ੍ਰੋਫੈਸ਼ਨ 'ਚ ਸਾਨੂੰ ਪਾਇਆ ਕਿ ਅਸੀਂ ਲੋਕਾਂ ਨੂੰ ਸਮਾਈਲ ਦੇ ਪਾਏ। ਇੱਕ ਬਹੁਤ ਵੱਡੀ ਚੀਜ਼ ਹੈ। ਔਰ ਤੁਹਾਡੀ ਦੂਸਰੀ ਗੱਲ ਬਿਲਕੁਲ ਸਹੀ ਹੈ ਕਿ ਡਿਊ ਟੂ ਦਿਸ ਥਿੰਗ ਕਈ ਲੋਕਾਂ ਦੀ ਮੈਰਿਜਸ ਪੋਸੀਬਲ ਹੋ ਪਾਈਆਂ। ਬਿਲਕੁਲ ਠੀਕ ਗੱਲ ਹੈ, ਬੰਦਾ ਓਵਰਆਲ ਪਰਸਨੈਲਿਟੀ ਦੇਖਦਾ, ਸਭ ਕੁਝ ਦੇਖਦਾ, ਅਤੇ ਕਈ ਵਾਰੀ ਉਹ ਚੈਲੰਜਸ ਹੁੰਦੇ ਨੇ ਔਰ ਬਹੁਤ ਸ਼ਾਰਟ ਟਾਈਮ ਦੇ ਵਿੱਚ ਓਵਰਕਮ ਕਰਨੇ ਪੈਂਦੇ ਆ। ਅਤੇ ਉਹ ਜਦੋਂ ਅਸੀਂ ਕੋਸਮੈਟਿਕ ਡੈਂਟਿਸਟਰੀ ਦੇ ਥਰੂ ਉਹ ਚੀਜ਼ ਲੈ ਕੇ ਆਉਂਦੇ ਹਾਂ ਔਰ ਬੰਦੇ ਦੀ ਜ਼ਿੰਦਗੀ ਬਣ ਜਾਂਦੀ ਹੈ, ਕੋਈ ਮੈਰਿਜਸ ਦੇ ਵਿੱਚ, ਕੋਈ ਸੈਟਲਮੈਂਟ ਦੇ ਵਿੱਚ, ਅਤੇ ਆਪਣੇ ਆਪ ਨੂੰ ਬਹੁਤ ਬਲੈਸਡ ਫੀਲ ਕਰੀਦਾ। ਫਿਰ ਦੱਸੋ ਕੀ ਕਹਿਣਾ ਚਾਹੋਗੇ ਕਿ ਪਹਿਲੇ ਦਿਨ ਤੋਂ ਹੀ ਸਟਰਲਾਈਜੇਸ਼ਨ ਆ ਜਿਹੜੀ ਉਹਨੂੰ ਤੁਸੀਂ ਬਹੁਤ ਬੜਾਵਾ ਦਿੱਤਾ। ਜਦੋਂ ਤੁਸੀਂ 25 ਸਾਲ ਪਹਿਲਾਂ ਪ੍ਰੈਕਟਿਸ ਸ਼ੁਰੂ ਕੀਤੀ ਉਦੋਂ ਹੈਪੇਟਾਈਟਸ ਬੀ ਸੀ ਪੂਰਾ ਆਪਣੇ ਜੋਬਨ 'ਤੇ ਸੀਗਾ। ਇੰਨੇ ਜ਼ਿਆਦਾ ਕੇਸਿਸ ਸੀਗੇ ਹੈਪੇਟਾਈਟਸ ਬੀ ਸੀ ਦੇ ਕਿ ਸਾਡਾ ਤਾਂ ਮਾਲਵੇ ਦਾ ਜਿਹੜਾ ਸਾਡੇ ਵਾਲੀ ਰੀਜ਼ਨ ਹੈਗਾ, ਮੋਗਾ ਦੀ ਗੱਲ ਕਰਾਂ, ਬਾਘਾ ਪੁਰਾਣਾ ਦੀ ਗੱਲ ਕਰਾਂ, ਉੱਧਰਲਾ ਏਰੀਆ ਤਾਂ ਗ੍ਰਸਤ ਸੀਗਾ ਹੈਪੇਟਾਈਟਸ ਬੀ ਸੀ ਦੇ ਨਾਲ। ਔਰ ਉਸ ਟਾਈਮ ਦੇ ਉੱਤੇ ਤੁਸੀਂ ਸਟਰਲਾਈਜੇਸ਼ਨ ਪਹਿਲੇ ਦਿਨ ਤੋਂ ਹੀ ਆਪਣੇ ਇੰਟਰਨੈਸ਼ਨਲ ਸਟੈਂਡਰਡ ਦੇ ਨਾਲ ਸਟਰਲਾਈਜੇਸ਼ਨ ਨੂੰ ਜਿਹੜਾ ਉਹ ਫੋਲੋ ਕੀਤਾ। ਔਰ ਅੱਜ ਵੀ ਸਟਰਲਾਈਜੇਸ਼ਨ ਦੇ ਵਿੱਚ ਕੋਈ, ਹੁਣ ਵੀ ਅਸੀਂ ਦੇਖਿਆ ਕਿ ਤੁਹਾਡੀਆਂ ਲੜਕੀਆਂ ਜਿਹੜੀਆਂ ਉਹਨਾਂ ਦੇ ਮਾਸਕ ਪਹਿਨੇ ਹੋਏ ਨੇ, ਹਾਲਾਂਕਿ ਕਰੋਨਾ ਜਿਹੜਾ ਤਕਰੀਬਨ ਜਾ ਚੁੱਕਿਆ, ਤੁਹਾਡੇ ਨਾਲ ਵੀ ਅਸੀਂ ਗੱਲ ਲਵਾ ਕੇ ਮਾਸਕ ਕੀਤੀ ਹੈਗੀ ਆ, ਕਿਉਂਕਿ ਤੁਸੀਂ ਬੜੇ ਹੀ ਮਤਲਬ ਹਰ ਚੀਜ਼ ਨੂੰ ਤੁਸੀਂ ਬੜੇ ਧਿਆਨ ਦੇ ਨਾਲ, ਕਿਉਂਕਿ ਕਰੋਨਾ 'ਚ ਵੀ ਆਪਾਂ ਦੇਖਿਆ ਕਿ ਲੋਕਾਂ ਨੂੰ ਤਾਂ ਬੜੀ ਤਕਲੀਫ ਆਈ, ਪਰ ਤੁਹਾਡੇ ਲਈ ਕੋਈ ਬਿਲਕੁਲ ਨੋਰਮਲ ਸੀਗਾ, ਕਿਉਂਕਿ ਤੁਸੀਂ ਪਹਿਲਾਂ ਹੀ ਉਹ ਚੀਜ਼ਾਂ ਜਿਹੜੇ ਨੋਰਮਲ ਸੀਗਾ ਫੋਲੋ ਕਰ ਰਹੇ ਸੀ। ਬਿਲਕੁਲ, ਮੈਂ ਨਾ ਕੋਵਿਡ ਤੋਂ ਹੀ ਗੱਲ ਸ਼ੁਰੂ ਕਰਦਾ ਹਾਂ, ਕਿਉਂਕਿ ਤੁਸੀਂ ਬਹੁਤ ਅੱਛਾ ਪੁਆਇੰਟ ਕਿਹਾ ਕਿ ਵੀ ਸਟਰਲਾਈਜੇਸ਼ਨ ਸਾਡੇ ਡੈਂਟਿਸਟਰੀ 'ਚ ਬੜੀ ਇੰਪੋਰਟੈਂਟ ਮਤਲਬ ਇਸ਼ੂ ਹੈ। ਔਰ ਇਹ ਅੱਜ ਨਹੀਂ, ਜਦੋਂ ਮੈਂ ਕਲੀਨਿਕ ਖੋਲ੍ਹੀ ਸੀ 2004 ਲੁਧਿਆਣੇ 'ਚ, ਮਤਲਬ ਉਸ ਵੇਲੇ ਤੋਂ ਅਸੀਂ ਸਟਰਲਾਈਜੇਸ਼ਨ ਦੇ ਸਾਰੇ ਪ੍ਰੋਟੋਕੋਲਸ, ਮੇਰੀ ਇਨਵੈਸਟਮੈਂਟ ਔਰ ਪਰ ਮੰਥ ਮਤਲਬ ਸਟਰਲਾਈਜੇਸ਼ਨ 'ਤੇ ਕਾਫੀ ਜ਼ਿਆਦਾ ਰਹਿੰਦੀ ਹੈ। ਠੀਕ ਹੈ, ਅਤੇ ਮੇਰੀ ਇੱਕ ਵੀਡੀਓ ਸੀ, ਸ਼ਾਇਦ ਉਹ ਤੁਹਾਡੇ ਥਰੂ ਹੀ ਮੇਰੇ ਖਿਆਲ ਨਾਲ ਬਣੀ ਸੀਗੀ। ਉਹ ਵੀਡੀਓ ਬਾਅਦ ਦੇ ਵਿੱਚ ਕੋਵਿਡ ਦੇ ਬਾਅਦ ਉਹ ਕਿਤੇ ਮੈਂ ਸ਼ੇਅਰ ਕੀਤੀ, ਅਤੇ ਮੇਰੇ ਕੁਝ ਦੋਸਤਾਂ ਨੇ ਜਦੋਂ ਉਹ ਦੇਖੀ, ਡੈਂਟਿਸਟ ਫਰੈਂਡ ਨੇ, ਉਹਨਾਂ ਨੇ ਕਿਹਾ ਮੈਨੂੰ ਇੱਦਾਂ ਕਹਿੰਦੇ ਯਾਰ ਤੈਨੂੰ ਪਤਾ ਸੀ ਵੀ ਕੋਵਿਡ ਆਊਗਾ? ਡੈਂਟਿਸਟ ਫਰੈਂਡ ਸੀਗੇ। ਅਤੇ ਮੈਂ ਕਿਹਾ ਯਾਰ ਕਿਉਂ ਇੱਦਾਂ ਕਿਉਂ ਕਹਿ ਰਹੇ ਹੋ? ਕਹਿੰਦੇ ਯਾਰ ਤੁਸੀਂ ਆਹ ਜਿਹੜੇ ਪ੍ਰੋਟੋਕੋਲ ਗਵਰਨਮੈਂਟ ਨੇ ਡਿਜ਼ਾਈਨ ਕੀਤੇ, ਇਹ ਤਾਂ ਤੁਸੀਂ ਪਹਿਲਾਂ ਹੀ ਫੋਲੋ ਕਰ ਰਹੇ ਹੋ। ਮਤਲਬ ਸਾਨੂੰ ਕੇਵਲ 10 ਜਾਂ 20% ਚੀਜ਼ਾਂ ਹੀ ਨਵੀਆਂ ਅਡੋਪਟ ਕਰਨੀ ਪਈਆਂ। ਠੀਕ ਹੈ, ਕਿਉਂਕਿ ਉਹ ਏਅਰਬੋਰਨ ਸੀ ਅਤੇ ਹਵਾ ਕਲੀਅਰ ਕਰਨਾ, ਉਹ ਸਭ ਉਹ ਥੋੜ੍ਹਾ ਜਿਹਾ ਸਾਨੂੰ ਧਿਆਨ ਰੱਖਣਾ ਪਿਆ। ਅਦਰਵਾਈਜ਼ ਅਸੀਂ ਇੱਥੇ ਏਡਸ ਦਾ, HB ਦਾ, B ਦਾ, ਹੈਪੇਟਾਈਟਸ ਦਾ, C ਦਾ, ਇਹ ਸਾਰੇ ਕੇਸ ਆਲਰੇਡੀ ਉਹਨਾਂ ਦੇ ਇੰਪਲਾਂਟ ਵੀ ਪਾਏ ਹੋਏ ਆ, ਸਰਜਰੀ ਵੀ ਕੀਤੇ ਹੋਏ ਆ। ਤਾਂ ਸਾਨੂੰ ਉਹ ਪ੍ਰੋਟੋਕੋਲਸ ਦਾ ਇੱਕ ਹੈਬਿਟ ਹੈ, ਰੂਟੀਨ ਹੈ ਸਾਡਾ। ਸਵੇਰੇ 9 ਵਜੇ ਤੋਂ 10 ਵਜੇ ਕੋਈ ਪੇਸ਼ੈਂਟ 9 ਵਜੇ ਅਪਾਇੰਟਮੈਂਟ ਮੰਗਦਾ ਸੀ, ਨਹੀਂ ਦੇ ਸਕਦੇ, ਕਾਰਨ ਕਿਉਂਕਿ 1 ਘੰਟਾ ਸਾਡਾ ਪੂਰਾ ਮਤਲਬ ਕਲੀਨਿਕ ਪੂਰਾ ਸਾਫ਼ ਹੁੰਦਾ ਚੰਗੀ ਤਰੀਕੇ ਨਾਲ, ਕੱਲੀ ਚੀਜ਼, ਸਟਰਲਾਈਜੇਸ਼ਨ, ਆਟੋਕਲੇਵਿੰਗਸ, ਐਵਰੀਥਿੰਗ, 1 ਘੰਟਾ ਕੇਵਲ ਇਹੀ ਕੰਮ ਹੁੰਦਾ। ਤੋ ਇਹ ਸਗੋਂ ਮਤਲਬ ਮੈਂ ਨਹੀਂ ਕਹੂੰਗਾ ਕਿ ਇਹ ਪੇਸ਼ੈਂਟ ਲਈ ਹੈ, ਮਤਲਬ ਇਹ ਸਾਡੇ ਲਈ ਵੀ ਆ, ਹਰ ਇੱਕ ਲਈ, ਕਿਉਂਕਿ ਇੰਡਸਟਰੀ ਦੀ ਰਿਕੁਆਇਰਮੈਂਟ ਹੈ। ਔਰ ਅਗਰ ਅਸੀਂ ਨਹੀਂ ਇਸ ਕ੍ਰਾਸ ਇਨਫੈਕਸ਼ਨਸ ਦਾ ਧਿਆਨ ਰੱਖਾਂਗੇ ਤਾਂ ਫਿਰ ਹੋਰ ਕੌਣ ਰੱਖੇਗਾ? ਇਹ ਤਾਂ ਸਾਨੂੰ ਮਤਲਬ ਰੋਲ ਮਾਡਲ ਅੱਗੇ ਬਣ ਕੇ ਤਾਂ ਚੀਜ਼ ਸ਼ੋਅ ਕਰਨੀ ਪੈਣੀ ਹੈ ਜੀ। ਡਾਕਟਰ ਸਾਹਿਬ, ਜਿਸ ਤਰੀਕੇ ਦੇ ਨਾਲ ਤੁਸੀਂ ਕੇਵਲ ਐਜ਼ ਏ ਡੈਂਟਿਸਟ ਹੀ ਨਹੀਂ ਕੰਮ ਕਰ ਰਹੇ, ਇੱਕ ਸੇਵਾਦਾਰ ਹੋ ਕੇ ਵੀ ਸੰਡੇ ਨੂੰ ਫ੍ਰੀ ਜਿਹੜਾ ਹੈਗਾ 10 ਤੋਂ 2 ਵਜੇ ਤੱਕ ਸੇਵਾ ਉਹਨਾਂ ਗਰੀਬ ਪੇਸ਼ੈਂਟਸ ਦੀ ਜਿਹੜੇ ਵਾਕਈ ਗਰੀਬ ਹੈਗਾ, ਕਿਉਂਕਿ ਤੁਸੀਂ ਚੂਜ਼ੀ ਹੋ, ਤੁਹਾਨੂੰ ਪਤਾ ਲੱਗ ਜਾਂਦਾ ਕਿ ਇਹ ਐਵੇਂ ਤਾਂ ਨਹੀਂ ਕਰ ਰਿਹਾ ਹੈਗਾ ਕਿ ਗਰੀਬ ਹੈਗਾ, ਮਤਲਬ ਵਾਕਈ ਜਿਹੜਾ ਬੰਦਾ ਨੀਡੀ ਹੈਗਾ, ਤੁਸੀਂ ਉਹਦੀ ਬਿਲਕੁਲ ਫ੍ਰੀ ਇੱਥੇ ਸਰਵਿਸ ਜਿਹੜਾ 10 ਤੋਂ 2 ਵਜੇ ਸੰਡੇ ਨੂੰ ਕਰ ਰਹੇ ਹੋ। ਇਹ ਥੋੜ੍ਹਾ ਜਿਹਾ ਇਮੋਸ਼ਨਲ ਪਾਰਟ ਹੈ ਮੇਰਾ, ਕਿਉਂਕਿ ਮੈਂ ਇਹ ਆਪਣੇ ਮੇਰੇ ਮਾਮਾ ਜੀ ਜੋ ਕੋਵਿਡ ਵਿੱਚ ਪੂਰੇ ਹੋ ਗਏ ਸੀਗੇ, ਤੁਹਾਨੂੰ ਯਾਦ ਵੀ ਹੋਏਗਾ, ਆਪਣੀ ਗੱਲ ਹੋਈ ਸੀ ਉਸ ਵੇਲੇ, ਅਤੇ ਉਹਨਾਂ ਦੇ ਉਹ ਚੈਰਿਟੀ ਬਹੁਤ ਕਰਦੇ ਸੀ। ਮੈਂ ਉਹਨਾਂ ਦੀ ਯਾਦ ਦੇ ਵਿੱਚ ਪ੍ਰੋਜੈਕਟ ਸ਼ੁਰੂ ਕੀਤਾ ਸੀ ਲਾਸਟ ਈਅਰ ਮਾਰਚ ਦੇ ਵਿੱਚ। ਆਈ ਐਗਜ਼ੈਕਟਲੀ ਨੋ ਦਾ ਡੇਟ, ਆਈ ਗੈਸ 6 ਮਾਰਚ ਸੀਗੀ। ਔਰ ਹੁਣ ਆਲਮੋਸਟ ਈਅਰ ਹੋ ਗਿਆ, ਈਅਰ ਤੋਂ ਉੱਪਰ ਹੋ ਗਿਆ।
ਅਸੀਂ 100 ਤਕਰੀਬਨ ਮਰੀਜ਼ ਐਸੇ ਜੋ ਬਿਲਕੁਲ ਮਤਲਬ ਤੁਸੀਂ ਕਹਿ ਸਕਦੇ ਹੋ ਡਾਊਨ ਟ੍ਰੋਡਨ ਸੋਸਾਇਟੀ ਦੇ ਬਿਲਕੁਲ ਗਰਾਊਂਡ ਲੈਵਲ ਦੇ ਬੰਦੇ, ਉਹਨਾਂ ਨੂੰ ਅਸੀਂ ਫ੍ਰੀ ਆਫ ਕਾਸਟ ਜਾਂ ਆਲਮੋਸਟ ਨੈਗਲੀਜੀਬਲ ਕਾਸਟ, ਕਿਉਂਕਿ ਕਈ ਪੇਸ਼ੈਂਟਸ ਥੋੜ੍ਹਾ ਜਿਹਾ ਐम्बैरस ਫੀਲ ਕਰਦੇ ਆ, ਔਰ ਇਸੇ ਕਰਕੇ ਕਦੀ ਮੈਂ ਉਹਨਾਂ ਪੇਸ਼ੈਂਟਸ ਦੀ ਜਾਂ ਉਹ ਹਿਸਟਰੀ ਕਦੀ ਵੀ ਮੈਂ ਕਿਸੇ ਸੋਸ਼ਲ ਮੀਡੀਆ ਜਾਂ ਕਿਤੇ ਵੀ ਨਹੀਂ ਪਾਉਂਦਾ, ਬਿਕੋਜ਼ ਕਿਉਂਕਿ ਅਗਰ ਅਸੀਂ ਕੋਈ ਚੈਰਿਟੀ ਕਰ ਰਹੇ ਹਾਂ ਔਰ ਅਗਰ ਅਸੀਂ ਉਸਨੂੰ ਦਿਖਾਵਾ ਕਰਕੇ ਜਾਂ ਪੇਸ਼ ਕਰਦੇ ਹਾਂ, ਉਹ ਮੈਂ ਕੋਈ ਚੰਗੀ ਚੀਜ਼ ਮੈਂ ਨਹੀਂ ਸਮਝਦਾ। ਲੇਕਿਨ ਕਈ ਲੋਕ ਮੈਨੂੰ ਕਹਿੰਦੇ ਆ ਕਿ ਪਾਇਆ ਕਰੋ ਵੀ ਲੋਕਾਂ ਨੂੰ ਇੰਸਪੀਰੇਸ਼ਨ ਮਿਲੇਗੀ, ਤਾਂ ਉਹਦੇ ਦੋਨੋਂ ਪੱਖ ਨੇ, ਬਟ ਮੈਂ ਪਹਿਲੇ ਵਾਲਾ ਪੱਖ ਨੂੰ ਜ਼ਿਆਦਾ ਥੋੜ੍ਹਾ ਬਿਹਤਰ ਸਮਝਿਆ ਹੋਇਆ। ਅਤੇ 100 ਕੁ ਮਰੀਜ਼ ਐਸੇ ਆ ਜਿਨ੍ਹਾਂ ਨੂੰ ਅਸੀਂ ਤਕਰੀਬਨ A to Z ਦਾ ਪੂਰਾ ਟਰੀਟਮੈਂਟ, ਮਤਲਬ ਪੇਸ਼ੈਂਟ ਦਾ ਇਹ ਨਹੀਂ ਹੈਗਾ, ਦੇਖੋ ਚੈੱਕਅਪ ਡੈਂਟਲ ਦੇ ਵਿੱਚ ਕਰਨਾ ਇਜ਼ ਨਾਟ ਅ ਬਿਗ ਥਿੰਗ ਵੀ ਤੁਸੀਂ ਆਏ ਮੈਂ ਤੁਹਾਡਾ ਚੈੱਕਅਪ ਕੀਤਾ ਦੱਸਤਾ ਵੀ ਇਹ ਇਲਾਜ ਹੋਣਾ। ਅਸਲੀ ਚੀਜ਼ ਤਾਂ ਡੈਂਟਲ ਟਰੀਟਮੈਂਟ ਹੈ ਨਾ ਉਹਦਾ ਹੋਣਾ, ਔਰ ਤੁਹਾਨੂੰ ਵੀ ਪਤਾ ਡੈਂਟਲ ਟਰੀਟਮੈਂਟ ਦੇ ਵਿੱਚ ਥੋੜ੍ਹੀ ਜਿਹੀ ਕਾਸਟ ਇਨਵੋਲਵਮੈਂਟ ਹੈ। ਅਤੇ ਹੁਣ ਕਿਸੇ ਨੇ ਡੈਂਚਰ ਵੀ ਅਗਰ ਬਣਵਾਉਣਾ ਹੈ, ਦੰਦ ਉਹਦੇ ਹੈ ਨਹੀਂ, ਪਹਿਲਾਂ ਮੈਂ ਦੰਦ ਕੱਢੂੰਗਾ, ਕੋਈ ਹੱਡੀ ਟੇਢੀ ਮੇਢੀ ਉਹਨੂੰ ਸਿੱਧਾ ਕਰੂੰਗਾ, ਇਹ ਸਾਰੇ ਪ੍ਰੋਸੈਸ ਹੋਣਗੇ। ਉਸ ਪ੍ਰੋਸੈਸ ਦੇ ਵਿੱਚ A to Z ਅਸੀਂ ਕੰਪਲੀਟ ਟਰੀਟਮੈਂਟ 100 ਕੁ ਪੇਸ਼ੈਂਟਸ ਨੂੰ ਦੇਣ ਤੋਂ ਬਾਅਦ ਸਾਨੂੰ ਮਨ ਦੇ ਵਿੱਚ ਇਹ ਫੀਲ ਹੁੰਦਾ ਹੈ ਕਿ ਮੈਂ ਪੂਰਾ ਸੈਟਿਸਫਾਈ, ਮਤਲਬ ਇੱਕ ਲੱਗਦਾ ਕਿ ਯਾਰ ਅਸੀਂ ਕੋਈ ਕੰਮ ਵੀ ਰੱਬ ਨੇ ਸਾਨੂੰ ਇਸ ਦੁਨੀਆ 'ਚ ਭੇਜਿਆ ਅਤੇ ਅਸੀਂ ਕੁਛ ਨਾ ਕੁਛ ਕਰਕੇ ਜਾ ਰਹੇ ਹਾਂ। ਔਰ ਤੁਹਾਨੂੰ ਮਜ਼ੇ ਦੀ ਗੱਲ ਦੱਸਾਂ, ਮੈਂ ਉਹਨਾਂ ਦੇ ਇੰਨੀਆਂ ਬਲੈਸਿੰਗਸ ਮੈਨੂੰ ਲੱਗੀਆਂ ਕਿ ਮੇਰੀ ਇੱਕ ਜਨਰਲ OPD ਔਰ ਮੇਰਾ ਇੱਕ ਜਨਰਲ ਜੋ ਹੈ ਨਾ ਉਹ ਇੰਨਾ ਰਾਈਜ਼ ਹੋ ਗਿਆ ਕਿ ਆਪਾਂ ਵੀ ਹੁਣ 2 ਦਿਨ ਬਾਅਦ ਸਾਡਾ ਟਾਈਮ ਸੈੱਟ ਹੋ ਪਾਇਆ ਵੀ ਇੰਨਾ ਮਤਲਬ ਹੈਵੀ ਸ਼ਡਿਊਲ ਹੋ ਗਿਆ। ਲੇਕਿਨ ਉਹਨਾਂ ਦੀਆਂ ਦੁਆਵਾਂ ਇੰਨੀਆਂ ਜ਼ਿਆਦਾ ਲੱਗੀਆਂ ਕਿ ਹਰ ਬੰਦੇ ਨੇ ਮਤਲਬ ਉਹ ਉਸ ਚੀਜ਼ ਨੂੰ ਐਪਰੀਸ਼ੀਏਟ ਕੀਤਾ। ਹਾਲਾਂਕਿ ਸਾਡਾ ਇਹ ਕਹਿਣਾ ਹੁੰਦਾ ਕਿ ਵੀ ਅਗਰ ਤੁਸੀਂ ਨਹੀਂ ਦੇ ਸਕਦੇ ਕੋਈ ਗੱਲ ਨਹੀਂ, ਬਟ ਸਟਿਲ ਕੋਈ ਨਾ ਮੈਂ ਦੇਖਿਆ ਉਹ ਥੋੜ੍ਹਾ ਜਿਹਾ ਮਤਲਬ ਫੀਲ ਕਰਦੇ ਕਿ ਵੀ ਨਹੀਂ ਅਸੀਂ ਚਾਹੇ 1000 ਰੁਪਏ ਦੇਈਏ 500 ਰੁਪਏ ਦੇਈਏ, ਬਟ ਉਹ ਦੇ ਕੇ ਟਰੀਟਮੈਂਟ ਕਰਾਉਣਾ ਅਤੇ ਸਾਨੂੰ ਵੀ ਲੱਗਦਾ ਕਿ ਵੀ ਅਗਲੇ ਨੂੰ ਅੱਛਾ ਲੱਗ ਰਿਹਾ ਵੀ ਇਸ ਚੀਜ਼ ਨੂੰ। ਡਾਕਟਰ ਤੁਹਾਡਾ ਸਾਨੂੰ ਸਮਾਂ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ। ਤੁਹਾਡੇ ਕੋਲ ਤਾਂ ਡਾਟੇ ਬਹੁਤ ਲੰਬੇ ਨੇ, ਔਰ ਪ੍ਰਮਾਤਮਾ ਤੁਹਾਨੂੰ ਇੱਦਾਂ ਹੀ ਸ਼ਾਇਰ, ਇੱਦਾਂ ਹੀ ਗਾਇਕਕਾਰ, ਇੱਦਾਂ ਹੀ ਪਿਆਰਾ ਪਿਆਰਾ ਸਾਡਾ ਆਤਮਜੀਤ ਜਦੋਂ ਅਸੀਂ ਮਿਲੀਏ ਇਹੀ ਪੋਜ਼ਿਟਿਵਿਟੀ 5-7 ਸਾਲ ਹੋਰ ਸੋਹਣਾ ਲੱਗੇ, ਯੰਗ ਲੱਗੇ। ਔਰ ਜਿਸ ਤਰੀਕੇ ਦੇ ਨਾਲ ਅਸੀਂ ਲਾਸਟ ਟਾਈਮ 'ਤੇ ਮਿਲਿਆ ਉਦੋਂ ਵੀ ਤੁਸੀਂ ਅੱਜ ਬੜੇ ਗਲੋ ਤੁਹਾਡੇ ਚਿਹਰੇ ਦੇ ਉੱਤੇ ਆ, ਔਰ ਪ੍ਰਮਾਤਮਾ ਤੁਹਾਨੂੰ ਇੱਦਾਂ ਹੀ ਬਿਜ਼ੀ ਰੱਖੇ ਕਿ ਆਪਾਂ 2 ਦਿਨਾਂ ਬਾਅਦ ਉਦੋਂ ਬਾਅਦ 3-4 ਦਿਨ ਲੱਗ ਜਾਣ ਆਪਾਂ ਨੂੰ ਸਾਨੂੰ ਇੰਟਰਵਿਊ ਦੇ ਲਈ ਤੁਹਾਡੇ ਨਾਲ ਗੱਲਬਾਤ ਕਰਨ ਦੇ ਉੱਤੇ। ਤੁਹਾਡਾ ਸਾਨੂੰ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ। ਥੈਂਕ ਯੂ ਵੈਰੀ ਮਚ। ਔਰ 5-7 ਸਾਲ ਨਹੀਂ ਹੈ, ਗਲੋ 20 ਸਾਲ ਤੱਕ ਬਣਿਆ ਰਹੇਗਾ। ਥੈਂਕ ਯੂ। ਇਹ ਤੁਸੀਂ ਜਿਹੜੀ ਮਸ਼ੀਨ ਦੇਖ ਰਹੇ ਹੋ ਇਹ ਇੰਟਰਾਓਰਲ ਸਕੈਨਰ ਹੈ। ਤੁਸੀਂ ਦੇਖ ਰਹੇ ਹੋ ਕਿ ਉੱਥੇ ਕੰਪਿਊਟਰ ਦੇ ਇਹ ਸਾਰੇ ਦੇ ਸਾਰੇ ਦੰਦ, ਜਬਾੜਾ, ਮਸੂੜਾ ਸਭ ਸਕੈਨ ਹੋ ਕੇ ਉੱਥੇ ਨਜ਼ਰ ਆ ਰਿਹਾ। ਐਂਡ ਪੇਸ਼ੈਂਟ ਕੈਨ ਸੀ ਹਿਸ ਟੀਥ, ਆਪਣੇ ਦੰਦ ਵੀ ਦੇਖ ਸਕਦਾ। ਇਨਫੈਕਟ ਅਸੀਂ ਵੀ ਉਹਨਾਂ ਦੀ ਡਾਇਗਨੋਸਿਸ ਤੋਂ ਲੈ ਕੇ ਟਰੀਟਮੈਂਟ ਪਲਾਨਿੰਗ ਤੋਂ ਲੈ ਕੇ ਜਿਹੜੇ ਦੰਦ ਬਣਨੇ ਆ, ਚਾਹੇ ਉਹ ਕਰਾਊਨ ਬ੍ਰਿਜਸ ਬਣਨੇ ਹੈ, ਚਾਹੇ ਇੰਪਲਾਂਟ ਦੀ ਕੋਈ ਗਾਈਡ ਬਣਨੀ ਹੈ, ਚਾਹੇ ਡੈਂਚਰਸ ਵੀ ਬਣਨੇ, ਉਹ ਸਾਰੇ ਅਸੀਂ ਇਹਦੇ ਸਕੈਨ ਮਾਡਲ ਜਿਹੜੇ ਪ੍ਰਿੰਟਡ 3D ਪ੍ਰਿੰਟਡ ਮਾਡਲ 'ਤੇ ਅਸੀਂ ਬਣਾ ਸਕਦੇ ਹਾਂ। ਤੁਸੀਂ ਇਹ ਦੇਖ ਰਹੇ ਹੋ ਇਹ ਦੰਦ ਸਾਰੇ ਦੇ ਸਾਰੇ ਇੱਥੇ ਜੇ ਆਪਾਂ ਸਕੈਨ ਹੋ ਕੇ ਸਾਡੇ ਸਾਹਮਣੇ ਆ ਜਾਂਦੇ ਆ ਉਹਦੇ 'ਤੇ ਕੰਪਿਊਟਰ 'ਤੇ। ਦਿਸ ਇਜ਼ ਬਿਲਕੁਲ ਲੇਟੈਸਟ ਟੈਕਨੀਕ ਜਿਹਨੂੰ ਆਪਾਂ ਕਹਿ ਸਕਦੇ ਹਾਂ ਉਹ ਹੈਗੀ ਐਂਡ ਟੱਚਵੁੱਡ ਗੋਡ ਨੇ ਸਾਨੂੰ ਚੁਣਿਆ, ਰੱਬ ਨੇ, ਕਿ ਲੁਧਿਆਣੇ ਦੇ ਵਿੱਚ ਅਸੀਂ ਇਸ ਨੂੰ ਲਾਂਚ ਕਰੀਏ। ਔਰ 8 ਮਹੀਨੇ ਪਹਿਲਾਂ ਇਸ ਨੂੰ ਅਸੀਂ ਕੀਤਾ ਸੀਗਾ ਔਰ ਬਹੁਤ ਹੀ ਮਾਰਵਲਸ ਸਾਨੂੰ ਰਿਜ਼ਲਟ ਮਿਲਿਆ।